ਗੂਜਰੀ ਮਹਿਲਾ ਪੰਜਵਾਂ। ਜਨ ਕੀ ਪੈਜ ਸਵਾਰੀ ਆਪ, ਹਰ ਹਰ ਨਾਮ ਦਿਓ ਗੁਰ ਅਵਖਦ। ਉਤਰ ਗਇਓ ਸਭ ਤਾਪ ਰਹਾਓ, ਹਰ ਗੋਬਿੰਦ ਰੱਖਿਓ ਪਰਮੇਸ਼ਰ। ਆਪਣੀ ਕਿਰਪਾ ਧਾਰ ਮਿਟੀ ਬਿਆਦ, ਸਰਬ ਸੁਖ ਹੋਏ। ਹਰ ਗੁਣ ਸਦਾ ਵਿਚਾਰ, ਅੰਗੀਕਾਰ ਕਿਓ ਮੇਰੇ ਕਰਤੈ। ਗੁਰਪੂਰੇ ਕੀ ਵਡਿਆਈ, ਅਬ ਚਲ ਨੀਮ ਧਰੀ ਗੁਰ ਨਾਨਕ। ਨਿਤ ਨਿਤ ਚੜ੍ਹੈ ਸਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਕੁਝ ਵਚਨ ਆਪ ਜੀ ਨਾਲ ਸਾਂਝੇ ਕਰਨੇ ਜ਼ਰੂਰੀ ਹਨ। ਸਾਡੇ 10 ਗੁਰੂ ਸਾਹਿਬਾਨ ਵਿੱਚੋਂ 9 ਗੁਰੂ ਸਾਹਿਬਾਨ ਗ੍ਰਸਥੀ ਸਨ, ਤੇ ਗ੍ਰਸਥ ਜਿਹੜਾ ਹੈ ਇਹਦੇ ਵਿੱਚ ਦੋਵੇਂ ਚੀਜ਼ਾਂ ਆਉਂਦੀਆਂ ਹਨ। ਦੁੱਖ ਵੀ ਆਉਂਦਾ, ਸੁੱਖ ਵੀ ਆਉਂਦਾ। ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਕਿਉਂਕਿ ਗੁਰੂ ਸਾਹਿਬਾਨ ਦਾ ਆਸ਼ਾ ਉਦੇਸ਼ ਨਿਸ਼ਾਨਾ ਇੱਕੋ ਇੱਕ ਸੀ ਕਿ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਨਾਲ ਜੋੜਨਾ। ਕਿਉਂਕਿ ਪਰਮਾਤਮਾ ਸਰਵ ਸ਼ਕਤੀਵਾਨ ਹੈ। ਪਰਮਾਤਮਾ ਤੋਂ ਵੱਡਾ ਹੋਰ ਕੋਈ ਹੈ ਨਹੀਂ। ਤੁਧ ਬਿਨ ਦੂਜਾ ਨਾਹੀਂ ਕੋਈ। ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜੇ ਸੁਖ ਦੇਹੇ ਤਾਂ ਤੁਝੇ ਹਰੈ, ਦੁੱਖ ਵੀ ਤੁਝੇ ਧਿਆਏ। ਤੋ ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਕੇ ਦੇਖੀਏ, ਇਹਨਾਂ ਦੋਹਾਂ ਵਿੱਚ ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ, ਸੇਵਕ ਨੇ ਉਸ ਪਰਮਾਤਮਾ ਦਾ ਦਰ ਨਹੀਂ ਛੱਡਣਾ ਤੇ ਕਿਸੇ ਹੋਰ ਪਾਸੇ ਨਹੀਂ ਭਟਕਣਾ। ਇਸੇ ਤਰ੍ਹਾਂ ਕਿਉਂਕਿ ਸ਼ਬਦ ਵਿੱਚ ਸ਼੍ਰੀ ਹਰਗੋਬਿੰਦ ਜੀ ਦਾ ਨਾਮ ਆਇਆ, ਹੁਣ ਉਹਨਾਂ ਦੀ ਰਖਵਾਲੀ ਕਦੋਂ ਕਿਵੇਂ ਕਿਸ ਨੇ ਕੀਤੀ, ਇਸ ਗੱਲ ਨੂੰ ਸਮਝਣ ਵਾਸਤੇ ਸਾਨੂੰ ਉਹਨਾਂ ਦਾ ਜੀਵਨ ਪੜ੍ਹਨਾ ਬਹੁਤ ਜ਼ਰੂਰੀ ਹੈ। ਔਰ ਉਹਨਾਂ ਨੂੰ ਜੋ ਮੁਸ਼ਕਲ ਆਈ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀ ਯਤਨ ਕੀਤਾ, ਉਹ ਸਾਡੇ ਵਾਸਤੇ ਚਾਨਣ ਮੁਨਾਰਾ ਹੈ, ਲਾਈਟ ਹਾਊਸ ਹੈ, ਮਾਰਗ ਦਰਸ਼ਨ ਹੈ। ਕਿਉਂਕਿ ਜੋ ਤਰੀਕਾ, ਜੋ ਢੰਗ, ਜੋ ਯਤਨ ਸਾਡੇ ਗੁਰੂ ਸਾਹਿਬ ਨੇ ਵਰਤਿਆ, ਉਹੋ ਹੀ ਸਾਨੂੰ ਸਿੱਖਾਂ ਨੂੰ ਵਰਤਣਾ ਚਾਹੀਦਾ ਹੈ। ਤੋ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਿ ਬਾਲਕ ਹਰਗੋਬਿੰਦ ਜੀ ਨੂੰ ਛੋਟੀ ਉਮਰ ਵਿੱਚ ਚੇਚਕ ਨਿਕਲ ਆਈ। ਕਈ ਭੁੱਲੜ ਲੋਕ ਉਸ ਨੂੰ ਮਾਤਾ ਵੀ ਕਹਿੰਦੇ ਹਨ। ਭਾਈ ਮਾਤਾ ਤੇ ਕਦੇ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦਿੰਦੇ, ਪਰ ਲੋਕ ਇਹਨੂੰ ਮਾਤਾ ਕਹੀ ਜਾਂਦੇ ਨੇ। ਚਲੋ, ਇਹ ਉਹਨਾਂ ਨੂੰ ਮੁਬਾਰਕ ਹੋਵੇ, ਉਹਨਾਂ ਦੀ ਸ਼ਰਧਾ ਹੈ, ਅਸੀਂ ਕਿਸੇ ਦੀ ਸ਼ਰਧਾ ਤੇ ਗੱਲ ਨਹੀਂ ਕਰ। ਪਰ ਕਹਿੰਦੇ ਨੇ ਜਦੋਂ ਬਾਲਕ ਹਰਗੋਬਿੰਦ ਜੀ ਨੂੰ ਚੇਚਕ ਨਿਕਲੀ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਸ ਵੀ ਸਰੀਰ ਉੱਤੇ ਇਸ ਦਾ ਹਮਲਾ ਹੋਵੇ ਉਹਨੂੰ ਤਾਪ ਚੜ੍ਹਦਾ, ਬੁਖਾਰ ਚੜ੍ਹਦਾ, ਔਰ ਇਤਨਾ ਘੋਰ ਬੁਖਾਰ ਚੜ੍ਹਦਾ ਕਿ ਉਸ ਨੂੰ ਸੁੱਧ ਬੁੱਧ ਨਹੀਂ ਰਹਿੰਦੀ। ਫਿਰ ਲੋਕ ਦਵਾ ਦਾਰੂ ਕਰਦੇ ਹਨ ਤੇ ਦਵਾ ਦਾਰੂਆਂ ਦੇ ਨਾਲ ਨਾਲ ਲੋਕੀ ਆਪਣੇ ਧਾਰਮਿਕ ਵਿਸ਼ਵਾਸ ਮੁਤਾਬਕ ਵੀ ਕਰਦੇ।
ਕਈ ਲੋਕਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਪ੍ਰੇਰਨਾ ਕੀਤੀ ਕਿ ਮਹਾਰਾਜ ਬਾਲਕ ਦੇ ਇਸ ਦੁੱਖ ਵਿੱਚ ਮਾਤਾ ਦੀ ਪੂਜਾ ਕਰਨੀ ਚਾਹੀਦੀ, ਦੇਵੀ ਦੇ ਮੰਦਰ ਚੱਲਣਾ ਚਾਹੀਦਾ। ਹੁਣ ਗੱਲ ਇਹ ਹੁੰਦੀ ਹੈ, ਕਿਸੇ ਉਰਦੂ ਦੇ ਸ਼ਾਇਰ ਦਾ ਕਥਨ ਹੈ, ਰਵਾਂ ਹੋ ਜੋ ਪਾਣੀ ਜੋ ਹੋਤਾ ਰਵਾਂ, ਰਵਾਂ ਹੋ ਜੋ ਪੁਲ ਤੋਂ ਟਿਕਾਣਾ ਕਹਾਂ। ਬਈ ਪਾਣੀ ਦਾ ਕੰਮ ਹੈ ਤੁਰਨਾ, ਲੋਕਾਂ ਦਾ ਸੁਭਾਅ ਹੈ ਚਲਤੇ ਕੇ ਪਿੱਛੇ ਚਲੇ ਲੋਗਨ ਕੀ ਭੇਡਾ ਚਾਲ। ਜਿੱਧਰ ਲੋਕ ਤੁਰੇ ਜਾਂਦੇ ਨੇ ਦੇਖਾ ਦੇਖੀ ਉਹਦੇ ਪਿੱਛੇ ਲੋਕ ਵੀ ਤੁਰਦੇ। ਪਰ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਦੀ ਅਗਵਾਈ ਕਰਨੀ ਹੋਵੇ ਉਹਨਾਂ ਨੂੰ ਫਿਰ ਬੜੀ ਦ੍ਰਿੜਤਾ ਨਾਲ ਉਸ 'ਤੇ ਪਹਿਰਾ ਦੇਣਾ ਪੈਂਦਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਪੰਜਵੇਂ ਮਾਲਕ ਕਹੋ, ਵਾਰਿਸ ਕਹੋ, ਜਾਨਸ਼ੀਨ ਕਹੋ, ਗੁਰੂ ਕਹੋ, ਉਹਨਾਂ ਨੇ ਸਾਡੇ ਵਰਗੇ ਲੋਕਾਂ ਨੂੰ ਮਾਰਗ ਦਰਸ਼ਨ ਕਰਨਾ। ਕਿਹਾ ਜ਼ਰੂਰ ਗਿਆ, ਪ੍ਰੇਰਿਆ ਜ਼ਰੂਰ ਗਿਆ, ਮਹਾਰਾਜ ਬਾਲਕ ਹਰਗੋਬਿੰਦ ਜੀ ਦੇ ਇਸ ਕਸ਼ਟ ਦੀ ਨਿਵਰਤੀ ਲਈ ਦੇਵੀ ਦੇ ਮੰਦਰ ਚਲੋ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਨਾ ਭਾਈ, ਅਸੀਂ ਤੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ। ਹਾਂ, ਉਹਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਹੇ ਅਕਾਲ ਪੁਰਖ ਜੀ ਕਿਰਪਾ ਕਰੋ, ਬਾਲਕ ਹਰਗੋਬਿੰਦ ਜੀ ਦੇ ਕਸ਼ਟ ਦੀ ਨਿਵਰਤੀ ਕਰੋ। ਲਓ, ਜਿਹਦੇ ਅੱਗੇ ਅਰਦਾਸ ਕੀਤੀ ਉਸ ਨੇ ਅਰਦਾਸ ਸੁਣ ਲਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦੇ ਸ਼ੁਕਰਾਨੇ ਵਜੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਤੇ ਕੀ ਆਖਿਆ, ਜਨ ਕੀ ਪੈਜ ਸਵਾਰੀ ਆਪ। ਦੇਖੋ ਸੇਵਕ ਦੀ ਇਹ ਵਡਿਆਈ ਹੈ, ਸੇਵਕ ਸਦਾ ਆਪਣੇ ਸਵਾਮੀ ਦੀ ਜੈ ਜੈਕਾਰ ਕਰਦਾ। ਤੇ ਗੁਰੂ ਮਹਾਰਾਜ ਦਾ ਸਵਾਮੀ ਕੌਣ ਹੈ? ਇੱਕ ਅਕਾਲ ਪੁਰਖ। ਸਾਡਾ ਸਵਾਮੀ ਕੌਣ ਹੈ? ਅਕਾਲ ਪੁਰਖ। ਤੇ ਗੁਰੂ ਸਾਹਿਬ ਤੇ ਸਾਨੂੰ ਮਾਰਗ ਦਰਸ਼ਨ ਕਰਦੇ। ਆਖਿਆ ਅਸੀਂ ਕਿਸੇ ਦੇਵੀ ਦੇ ਮੰਦਰ ਨਹੀਂ ਜਾਣਾ, ਅਸੀਂ ਕਿਸੇ ਦੇ ਅੱਗੇ ਇਸ ਤਰ੍ਹਾਂ ਦੀ ਕੋਈ ਅਰਦਾਸ ਨਹੀਂ ਕਰਨੀ, ਅਸੀਂ ਤੇ ਇੱਕ ਅਕਾਲ ਪੁਰਖ ਨੂੰ ਯਾਦ ਕਰਾਂਗੇ, ਕਿਉਂਕਿ ਮਹਾਰਾਜ ਦੀ ਬਾਣੀ ਸਾਨੂੰ ਉਪਦੇਸ਼ ਕਰਦੀ, ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ, ਦੁੱਖ में ਸੁੱਖ में ਹਰੀ ਨਾਮ ਭਜੋ। ਕਿਸੇ ਕੀਮਤ ਤੇ ਵੀ ਹਰੀ ਨਾਮ ਦਾ ਪੱਲਾ ਨਹੀਂ ਛੱਡਣਾ। ਤੇ ਜਿਹੜੇ ਨਿਸ਼ਚੇ ਨਾਲ ਉਸ ਦਾ ਪੱਲਾ ਫੜਨਗੇ ਉਹਨਾਂ ਦੀ ਉਹ ਪੈਜ ਰੱਖੇ। ਇੱਕ ਜਗ੍ਹਾ ਨਹੀਂ, ਅਨੇਕਾਂ ਜਗ੍ਹਾ ਬਾਣੀ ਵਿੱਚ ਲਿਖਿਆ, ਜਿਨ ਕੈ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸੁਆਮੀ ਕੀ ਸੋਭਾ, ਆਨੰਦ ਸਦਾ ਉਲਾਸ। ਹਾਂ, ਵਿਸ਼ਵਾਸ ਦੀ ਜ਼ਰੂਰਤ ਹੈ। ਅਸੀਂ ਲੋਕ ਡੋਰ ਜਾਂਦੇ, ਘਬਰਾ ਜਾਂਦੇ ਹਾਂ, ਜਿਹਨੇ ਲਾਈ ਗੱਲੀ ਤੇ ਉਸੇ ਨਾਲ ਉੱਠ ਚੱਲੀ। ਗੁਰੂ ਕੇ ਸਿੱਖ ਲਈ ਤੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਧਰੇ ਜਾਣ ਦੀ ਆਗਿਆ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੂਰਨੇ ਪਾਏ ਨੇ, ਲੋਕਾਂ ਨੇ ਭਾਵੇਂ ਬੜਾ ਜ਼ੋਰ ਦਿੱਤਾ, ਬੜੀ ਪ੍ਰੇਰਨਾ ਕੀਤੀ। ਮਾਤਾ ਗੰਗਾ ਜੀ ਨੂੰ ਵੀ ਕਿਹਾ ਤੁਹਾਡਾ ਇੱਕੋ ਇੱਕ ਬੇਟਾ ਹੈ, ਇਹਦੇ ਤੇ ਕਸ਼ਟ ਆਇਆ ਹੈ, ਤੁਸੀਂ ਦੇਵੀ ਮਾਤਾ ਦਾ ਪੂਜਨ ਕਰੋ। ਪਰ ਮਾਤਾ ਜੀ ਨੇ ਕਿਹਾ ਅਸੀਂ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ, ਉਹਦੇ ਤੋਂ ਬਿਨਾਂ ਅਸੀਂ ਹੋਰ ਕਿਸੇ ਦਰ ਤੇ ਨਹੀਂ ਜਾਣਾ। ਲਓ, ਫਿਰ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੁੰਦਾ ਉਹਨਾਂ ਦੀ ਵਾਹਿਗੁਰੂ ਆਪ ਪੈਜ ਰੱਖਦਾ। ਬਾਣੀ ਵਿੱਚ ਲਿਖਿਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਮਾਲਕ ਦਾ ਇਹ ਬਿਰਦ ਹੈ, ਜਿਹੜਾ ਉਹਦੀ ਓਟ ਤੱਕ ਲਵੇ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ, ਉਹ ਆਪ ਉਹਨਾਂ ਸੇਵਕਾਂ ਦੇ ਪਰਦੇ ਟੱਕਦਾ ਹੈ, ਅੰਗ ਸੰਗ ਸਹਾਇਤਾ ਕਰਦਾ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਬਾਲਕ ਹਰਗੋਬਿੰਦ ਜੀ ਦੇ
ठीक ठाक हो जाण ते की कहते हैं, जन की पैज सवारी आप। अपने सेवकां दी इज्जत उस मालक ने आप सवारी। हर हर नाम दियो गुर अवखद। ठीक है, बीमारी वेले अवखद की लोड़ पैंदी, पर गुरबाणी ते कहंदी सर्ब रोग का औखद नाम, कल्याण रूप मंगल गुण गाम। आख्या गुरु ने, देखो इत्थे गुर दे रारे नूं सियारी है। गुरु ने सानू हरि दा नाम रूपी अवखद दारू दिता। जिस नाम रूपी दारू दे वरतन दे नाल हर हर नाम दियो गुर अवखद। ये ध्यान रखना कि गुर दे रारे नूं सियारी है, जिहदा मतलब है गुरु ने। हुण सारी गुरबाणी सानू किहड़ा अवखद दे रही? सारी गुरबाणी विच जिन्हां भगतां दी बाणी है उन्हां दा जीवन पढ़ के देखो, बड़ियां मुश्किलां आईयां। नामदेव जी नूं कहा गया तुसीं राम राम छड़ दिओ, अल्लाह अल्लाह कहो। भावें अल्लाह ही परमेश्वर दा नाम है, राम भी नाम है। भगत नामदेव जी ने बिल्कुल जवाब दे दिता। मां ने आख्या छोड़ राम की ना भजें खुदाए। क्यों नहीं तू खुदा खुदा कह लेंदा, तू जान बचा अपनी। पर भगत जी ने आख्या मां जे तू मैनू इहो जी मत देनी है, ना हो तेरा पूंगड़ा ना तू मेरी माए, तू मेरी मां ही नहीं है, मैं किसी कीमत ते रब नूं नहीं छड्डांगा। प्रहलाद जी नूं भी यही मुश्किल आई। उन्हां दी भी मां ने आख्या प्रहलाद छड़ राम राम, तू कह दे जले हरनाक्ष थले हरनाक्ष उसी भी हरनाक्ष। उन्हें आख्या नहीं, मोको काल जार भावें मार डार, एक राम न छोड़ो गुरहगार, मैं नहीं छड़ांगा। सचमुच गुरु अर्जन देव सच्चे पातशाह उन्हां दुनियावी लोकां नूं सगों मार्गदर्शन कीता। आख्या असी परमात्मा दा दर छड्ड के किसे देवी देवते दी पूजा कर नहीं जाना। नतीजा की होया? बालक हरगोबिंद जी ठीक ठाक अरोग हो गए। ते गुरु अर्जन देव पातशाह ने शुकराने विच आके कहा जन की पैज सवारी आप, हर हर नाम दियो गुर अवखद, उतर गयो सब ताप। आख्या हर तरह का ताप कलेश उतर गया, खैड़ा छड़ गया, दूर हो गया। क्योंकि गुरु ने सानू परमात्मा का नाम रूपी दारू दिता। रहाओ हर गोबिंद रखियो परमेश्वर। हुण इत्थे परमेश्वर दे रारे नूं भी सियारी है। परमेश्वर ने आप किरपा करके बालक हर गोबिंद जी की राखी की, अपनी किरपा धार, ये उसदी मेहर है। सचमुच जेड़ा सेवक उस परमात्मा की शरण में आ जाता, परमात्मा उसकी लजपत रखता है। रोज असी पढ़ते हैं हर जुग जुग भगत उपाया, पैज रखदा आया राम राजे, हर नाखश दुष्ट हर मारिया, प्रहलाद तराया। अहंकारियां निंदकां पिठ दे, नाम दियो मुख लाया। जन नानक ऐसा हर सेविया, अंत ले छड़ाया। हर गोबिंद रखियो परमेश्वर, अपनी किरपा धार। ये उसदी रहमत है, उसने आप कृपा करके। रोज पढ़ते हैं हर जन राखे गुर गोबिंद, कंठ लाए अवगुण सब मेटे, दयाल पुरख बख्शंद। क्योंकि परमात्मा तो बड़ा कोई है नहीं। चतुर दिशा कीनो बल अपना,
सिर ऊपर कर धार्यो, कृपा कटाक्ष अवलोकन कीनो, दास का दुख विधार्यो। हर जन राखे गुर गोविंद, कंठ लाए अवगुण सब मेटे, दयाल पुरख बख्शंद। जो मांगे ठाकुर अपने ते, सोई सोई देवै। नानक दास मुख ते जो बोले, इयां उआं सच होवे। ਅਸੀਂ ਦੁਨੀਆਦਾਰ ਆਪਣੇ ਬੱਚਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ। ਬੱਚਾ ਜੋ ਕਹੇ ਔਖੇ ਹੋਈਏ ਸੌਖੇ ਹੋਈਏ, ਕਹਿੰਦੇ ਬਈ ਤੇਰੀ ਗੱਲ ਨਹੀਂ ਮੋੜ ਸਕਦਾ। ਤੇ ਉਹ ਪਰਮਾਤਮਾ ਜਿਹੜਾ ਸਰਬ ਕਲਾ ਸਮਰੱਥ, ਜਿਹੜਾ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, जल थल मईयल सोए। रोज सुखमनी साहब पढ़ते, तजो सियानप सुरजनो, सिमरो हर हर राय। एक आस हर मन रखो, नानक दुख भरम पहुँचाए। बाणी नूं निरा पढ़िए ना, ये ना डींग मारिए मैं जी रोज सुखमनी साहब पढ़ना। मुबारक है, पर सुखमनी साहब विच की कहा उन्होंने भी समझी। तो धन गुरु अर्जुन देव पातशाह ने अपने जीवन विच बीती हुई घटना का जिक्र करके उस अकाल पुरख का शुकराना किया ते सानू उहदे लड़ लगन लई प्रेरिया। आख्या जन बनो सेवक बनो, जन की पैज सवारी आप। हर हर नाम दियो गुर अवखद, उतर गयो सब ताप रहो। हर गोबिंद रखियो परमेश्वर, अपनी कृपा धार। मिटी ब्याद सर्व सुख होए, हर गुण सदा विचार। मिटी ब्याद, ब्याद कहते ने बीमारी नूं, रोग नूं। कहते वो बीमारी ਜਿਹੜੀ ਲੋਕ ਬੜੀ ਡਰਾਉਣੀ ਬੜੀ ਪੈਦਾ ਕਹਿੰਦੇ ਸਨ, ਇਹ ਚੇਚਕ ਹੈ ਜੀ, ਇਹ ਮਾਤਾ ਹੈ ਜੀ, ਇਹਦੇ ਵਿੱਚ ਜਿਹਨੂੰ ਚੰਬੜ ਜਾਏ ਉਹਦਾ ਕੋਈ ਨਾ ਕੋਈ ਅੰਗ ਮਾਰਿਆ ਜਾਂਦਾ। ਬਾਦਸ਼ਾਹ ਨੇ ਕਿਹਾ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਰੋਆ। ਆਖਿਆ ਭਾਗੁਰੂ ਨੇ ਕਿਰਪਾ ਕੀਤੀ ਹੈ, मिटी ब्याद सर्व सुख होए, हर गुण सदा विचार। इसलिए भाई सदा हरि दे गुणां दी विचार करो, अरदास करो ते ओदी समर्था तो जाणू रहो। सतगुरु ते रोज फरमांदे ने, चाह लागे उठ नाम जप, निसबासुर आराध। कारा तुझे न व्यापई, नानक मिटै उपाध। सारियां उपाधियां मिट जाएंगी। जां हर सिमरन भया, तां उपाध गत कीनी। वड भागी हर जपना, जन नानक को गुर ए मत दीनी। जप हर भवजल तरना। आख्या सदा उस हरि दे गुणा दी विचार करो। वो कितना समर्थ है, वो कितना ताकतवर है। रोज आनंद साहब पढ़ते हैं, माता के उदर में प्रतिपाल करे, सो क्यों मनो विसारी है। मनो क्यों विसारी है ए वरदाता। जे अगन में आहार पहुँचावे, उसनों क्यों पो न सकी। जिसनों अपनी लिव लावे, अपनी लिव आपे लाए। गुरमुख सदा संभाली है, कह नानक ए वरदाता। सो क्यों मनो विसारी है। आख्या याद रखो, वो परमात्मा ते उत्थे भी पहुँच जाता जिथे कोई नहीं पहुँचता। तिथे तू समरथ, जिथे कोई नाहीं। उथे तेरी रख, अग्नि उदर माही। सुन के जम के दूत, नाए तेरे छड़ जाए। भौजल बिखम सगा,
गुर शब्दी पार पाए, जिनको लगी प्यास अमृत से खाहे। कल मैं एहो पुन गुण गोबिंद गाए, सब सैनू कृपाल संभाले। साह साह बिरथा कोई न जाए, जे आवे तुद आए। आख्या हर गोबिंद रखियो परमेश्वर, अपनी कृपा धार। मिटी बेआद सर्व सुख होए, हर गुण सदा विचार। अखीर विच पातशाह कहते अंगीकार कियो मेरे करते। इत्थे मेरे करते ਇਹ ਗਲਤੀ ਆਮ ਮੈਂ ਦੇਖ ਰਿਹਾ ਕਿ ਦੋ ਲਾਵਾਂ ਨੂੰ ਅਸੀਂ ਇੱਕ ਪੜ੍ਹੀ ਜਾਂਦੇ ਹਾਂ। ਦੇਖਦੇ ਵੀ ਹਾਂ ਸਾਹਮਣੇ ਕਿ ਦੋ ਲਾਵਾਂ ਲੱਗੀਆਂ ਨੇ, ਫਿਰ ਮੇਰੇ ਪੜ੍ਹੀ ਜਾਂ ਨਹੀਂ। ਇਹਦਾ ਅਰਥਾਂ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ। ਅੰਗੀਕਾਰ ਕੀਓ ਮੇਰੇ ਕਰਤੇ, ਇਹਦਾ ਮਤਲਬ ਮੇਰੇ ਕਰਤੇ ਨੇ ਅੰਗੀਕਾਰ ਕਰ ਲਿਆ। ਜਿਹਦੇ ਅੱਗੇ ਅਰਦਾਸ ਕਰੀਏ, ਜਿਹਦੇ ਅੱਗੇ ਫਰਿਆਦ ਕਰੀਏ, ਉਹ ਫਿਰ ਸੁਣਦਾ ਹੈ। अंगीकार कियो मेरे करते, गुर पूरे की वडियाई। ये पूरे गुरु की वडियाई है कि उसने मैनू परमात्मा नाल जोड़िया। ते अब चल नीम धरी गुर नानक, नित नित चढ़े सवाई। नानक जी फरमाते हैं, जिन्हां दे हिरदे विच परमात्मा दे नाम की नीम धरी। अब चल ਇਹ ਉਹ ਨੀਮ ਹੈ ਜਿਹੜੀ ਕਦੇ ਚਲਾਏਮਾਨ ਨਹੀਂ ਹੁੰਦੀ। ਦੁਨੀਆ ਦੇ ਆਸਰੇ, ਦੁਨੀਆ ਦੀਆਂ ਟੇਕਾਂ ਟੁੱਟ ਜਾਂਦੀਆਂ ਨੇ, ਛੱਡ ਜਾਂਦੀਆਂ ਨੇ, ਪਰ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਕਦੇ ਵੀ ਢਹਿੰਦੀ ਕਲਾ ਨਹੀਂ ਹੁੰਦੀ। ਅਬ ਚਲ ਨੀਮ ਧਰੀ ਗੁਰ ਨਾਨਕ। ਨਾਨਕ ਜੀ ਫਰਮਾਉਂਦੇ ਨੇ, ਗੁਰੂ ਨੇ ਜਿਨ੍ਹਾਂ ਦੇ ਹਿਰਦੇ ਵਿੱਚ परमात्मा दे सिमरन की नींह रख दी, तथा जिन्हों ने परमात्मा का ओट आसरा तक लिया। नित नित चढ़े सवाई। फिर निता प्रति सवाई का मतलब तुसी समझते हो, और रोज़ वधदी जाती है, प्रफुल्लित होंदी जाती। तो शब्द दियाँ पंक्तियां तो भावें 6 हैं, पर सत संगत सानू डावां डोलता तो बचाउंदियां ने, साढ़े अंदर दृढ़ निश्चा पैदा करदियां ने। मेरी सब नूं बेनती है, गुरु के शब्द नूं निरा पढ़ के छड्डो ना, बल्कि विचार के अपने हिरदे विच वसाओ। वाहिगुरु जी का खालसा, वाहिगुरु जी की फतेह।